ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਜਿਹੜਾ 25 ਜਨਵਰੀ ਨੂੰ ਔਰ 26 ਜਨਵਰੀ ਨੂੰ ਘਟਨਾਕ੍ਰਮ ਵਾਪਰਿਆ, ਉਸ ਦੇ ਬਾਰੇ ਸਾਰਾ ਮੈਂ ਲਿਖ ਕੇ ਸੰਗਤਾਂ ਦੇ ਨਾਲ ਸਾਂਝਾ ਕਰ ਦਿੱਤਾ। ਪਰ ਫਿਰ ਵੀ ਕੁਝ ਵੀਰਾਂ ਨੇ ਕਿਹਾ ਸੀ ਕਿ ਇੱਕ ਵੀਡੀਓ ਦੇ ਵਿੱਚ ਇਸ ਸਾਰੇ ਘਟਨਾਕ੍ਰਮ ਨੂੰ ਦੱਸ ਦਿੱਤਾ ਜਾਵੇ। ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਜਦੋਂ ਕੋਈ ਘਟਨਾ ਵਾਪਰਦੀ ਹੈ, ਉਹ ਘਟਨਾ ਕਿਉਂ ਵਾਪਰੀ, ਉਸ ਦੇ ਪਿਛੋਕੜ ਨੂੰ ਵਾਚਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਸੋਕਰੇਟਸ ਆਪਣੇ ਫਰਸਟ ਵੇ ਦੇ ਵਿੱਚ ਇੱਕ ਗੱਲ ਬੜੀ ਅਹਿਮ ਕਰਦਾ ਹੈ ਕਿ ਜਦੋਂ ਸਾਹਮਣੇ ਪਰਛਾਵਾਂ ਬਣ ਰਿਹਾ ਹੁੰਦਾ ਹੈ ਨਾ, ਤਾਂ ਉਸ ਦਾ ਇਹ ਭਾਵ ਹੁੰਦਾ ਹੈ ਕਿ ਕਿਤੇ ਨਾ ਕਿਤੇ ਰੋਸ਼ਨੀ ਦਾ ਸਰੋਤ ਜ਼ਰੂਰ ਮੌਜੂਦ ਹੈ। ਜਿੰਨਾ ਚਿਰ ਤੱਕ ਪਿੱਛੇ ਰੋਸ਼ਨੀ ਨਾ ਹੋਵੇ, ਸਾਹਮਣੇ ਪਰਛਾਵਾਂ ਨਹੀਂ ਬਣਦਾ। ਸੋ ਇਹ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਬੜੇ ਅਹਿਮ ਨੇ। ਪਹਿਲੀ ਗੱਲ ਤਾਂ ਅਕਸਰ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦਾ ਬਰਤਾਂਤ ਕੁਝ ਦਿਨਾਂ ਤੋਂ ਸਿਰਜਿਆ ਜਾ ਰਿਹਾ ਸੀ, ਉਹ ਕੇਵਲ ਤੇ ਕੇਵਲ ਇਸ ਤਰ੍ਹਾਂ ਦਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਸ਼ਾਇਦ ਇਸ ਕਿਸਾਨੀ ਅੰਦੋਲਨ ਦੇ ਵਿੱਚ ਧਰਮ ਦੀ ਗੱਲ ਹੋਣ ਦੇ ਨਾਲ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਿਆ। ਇਹ ਗੱਲ ਬਿਲਕੁਲ ਨਿਰਮੂਲ ਹੈ। ਦਰਅਸਲ ਕਿਸਾਨ ਦੀ ਜੀਵਨ ਜਾਂਚ ਦੇ ਵਿੱਚੋਂ ਧਰਮ ਨੂੰ ਕੱਢ ਕੇ ਵੇਖਿਆ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਜਿਹੜਾ ਪਹਿਲਾ ਸਵਾਲ ਮਨੁੱਖ ਨੂੰ ਕੀਤਾ ਹੈ, ਉਹ ਹੈ ਇਹੀ ਕਿ ਸਚਿਆਰ ਕਿਵੇਂ ਹੋਣਾ ਹੈ। ਤੇ ਸਚਿਆਰ ਰਹਿਣ ਦਾ ਜਿਹੜਾ ਉਹਨਾਂ ਨੇ ਕਾਇਦਾ ਸਾਡੇ ਵਾਸਤੇ ਬਣਾਇਆ ਹੈ, ਉਹ ਹੈ ਹੁਕਮ ਤੇ ਰਜ਼ਾ ਦੇ ਵਿੱਚ ਰਹਿਣਾ। ਤੇ ਕਿਸਾਨ ਦਾ ਜੀਵਨ ਇੱਕ ਐਸਾ ਜੀਵਨ ਹੈ ਜਿਹੜਾ ਹਮੇਸ਼ਾ ਹੀ ਹੁਕਮ ਔਰ ਰਜ਼ਾ ਦੇ ਵਿੱਚ ਰਹਿੰਦਾ ਹੈ। ਔਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਤਿਹਾਸ ਦੇ ਵਿੱਚੋਂ ਇਸ ਗੱਲ ਨੂੰ ਰੱਦ ਕਰ ਦਿਓਗੇ ਕਿ ਜਿਹੜੀਆਂ ਜ਼ਮੀਨਾਂ ਦੇ ਵਾਸਤੇ ਅੱਜ ਅਸੀਂ ਲੜ ਰਹੇ ਹਾਂ, ਉਹਨਾਂ ਜ਼ਮੀਨਾਂ ਨੂੰ ਹੱਕ ਤਾਂ ਉਸ ਵਿਅਕਤੀ ਨੇ ਦਿੱਤੇ ਜਿਹੜਾ ਇਤਿਹਾਸ ਦਾ ਮਹਾਨਾਇਕ ਹੋ ਕੇ ਉਦੋਂ ਉੱਭਰਿਆ ਜਦੋਂ ਉਸਨੇ ਧਰਮ ਨੂੰ ਧਾਰਨ ਕੀਤਾ, ਬਾਬਾ ਬੰਦਾ ਸਿੰਘ ਬਹਾਦਰ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਬਖਸ਼ਿਸ਼ ਜਿਹੜੀ ਹੈ, ਜਿਸ ਵਾਸਤੇ ਅੱਜ ਅਸੀਂ ਲੜ ਰਹੇ ਹਾਂ, ਕਿ ਉਹਦੇ ਵਿੱਚੋਂ ਧਰਮ ਨੂੰ ਤੇ ਇਤਿਹਾਸ ਨੂੰ ਮਨਫੀ ਕਰਕੇ ਵੇਖਿਆ ਜਾ ਸਕਦਾ ਹੈ। ਮੈਂ ਦਾਅਵੇ ਨਾਲ ਕਹਿਣਾ ਹੈ ਕਿ ਜਿੰਨੇ ਵੀ ਖੱਬੇ ਪੱਖੀ ਲੋਕ ਇਸ ਮੁੱਦੇ ਦੇ ਉੱਪਰ ਮੇਰੇ ਨਾਲ ਚਰਚਾ ਕਰਨਾ ਚਾਹਣ, ਕਿਸੇ ਵੀ ਚੈਨਲ ਦੇ ਉੱਪਰ, ਕਿਸੇ ਵੀ ਮੰਚ ਦੇ ਉੱਪਰ, ਮੇਰੇ ਵੱਲੋਂ ਉਹਨਾਂ ਦਾ ਸਵਾਗਤ ਹੋਵੇਗਾ। ਇਹਦੇ ਪਿੱਛੇ ਫਿਰ ਕਾਰਨ ਕੀ ਸੀ? ਧਰਮ ਦਾ ਕਾਰਨ ਨਹੀਂ ਸੀ। ਜੇ ਧਰਮ ਕਾਰਨ ਨਾ ਹੁੰਦਾ ਤਾਂ ਸੱਚ ਜਾਣਿਓ, ਚਾਹੇ ਉਹ ਸੰਯੁਕਤ ਮੋਰਚੇ ਦੀ ਸਟੇਜ ਹੈ, ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਹੈ, ਦੋਹਾਂ ਸਟੇਜਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਗੁਰਬਾਣੀ ਦੇ ਨਾਲ ਨਾ ਹੁੰਦੀ, ਇੱਥੇ ਇਤਿਹਾਸਕ ਦਿਹਾੜੇ ਨਾ ਮਨਾਏ ਜਾਂਦੇ। ਸੋ ਇਸ ਗੱਲ ਦਾ ਆਗੂਆਂ ਨੂੰ ਵੀ ਪਤਾ ਹੈ ਕਿ ਇੱਥੇ ਧਾਰਮਿਕ ਸ਼ਖਸੀਅਤਾਂ ਦਾ ਜਾਂ ਧਰਮ ਦੀ ਵਿਚਾਰਧਾਰਾ ਦਾ ਆਉਣਾ ਸਮੱਸਿਆ ਨਹੀਂ ਹੈ। ਸਮੱਸਿਆ ਜਿਹੜੀ ਆ ਬੜੀ ਅਹਿਮ ਹੈ। ਤੁਸੀਂ ਵੇਖੋਗੇ ਕਿ ਪੋਸਟਰ ਲਗਾਏ ਗਏ ਜਿਨ੍ਹਾਂ ਦੇ ਵਿੱਚ ਸਾਡੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਲੱਖੇ ਸਿਧਾਣੇ ਦਾ, ਦੀਪ ਸਿੱਧੂ ਦਾ, ਡਾਕਟਰ ਉਦੋਕੇ ਦਾ, SFS ਦੇ ਕਾਰਕੁਨਾਂ ਦਾ, ਸਰਵਣ ਸਿੰਘ ਪੰਧੇਰ ਦਾ, ਇਹਨਾਂ ਸਾਰਿਆਂ ਦਾ ਬਾਈਕਾਟ ਕੀਤਾ ਜਾਵੇ। ਇਹਨਾਂ ਦੇ ਵਿੱਚੋਂ SFS ਵਾਲੇ ਤਾਂ ਖੁਦ ਇੱਕ ਲੈਫਟਿਸਟ ਤੇ ਰਹੇ, ਉਹ ਤਾਂ ਗੁਰਬਾਣੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨਹੀਂ ਹੈ। ਬੇਸ਼ੱਕ ਕਿ ਉਹ ਬਾਕੀ ਲੈਫਟਿਸਟ ਜਥੇਬੰਦੀਆਂ ਦੇ ਵਾਂਗੂ ਪੰਜਾਬ ਦੇ ਨੌਜਵਾਨਾਂ ਦੇ ਕਾਤਲ ਨਹੀਂ ਨੇ, ਜਾਂ ਫਿਰ ਉਹਨਾਂ ਨੇ ਪੁਲਿਸ ਕੈਟ ਬਣ ਕੇ ਪੰਜਾਬ ਦੇ ਨੌਜਵਾਨ ਨਹੀਂ ਮਰਵਾਏ, ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਕੋਈ ਧਾਰਮਿਕ ਜਥੇਬੰਦੀ ਹੈ। ਸੋ ਇਹਦੇ ਪਿਛਲੇ ਕਾਰਨ ਕੀ ਨੇ, ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਭ ਤੋਂ ਅਹਿਮ ਕਾਰਨ ਇਹ ਹੈ ਕਿ ਅਸੀਂ ਜਿੰਨੇ ਵੀ ਜਾਗਰੂਕ ਲੋਕ ਸੀ, ਅਸੀਂ ਟਰਾਲੀਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਸੀ ਇਹਨਾਂ ਕਾਨੂੰਨਾਂ ਦੇ ਬਾਰੇ। ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸੀ ਇਹਨਾਂ ਕਾਨੂੰਨਾਂ ਤੋਂ ਹੋਣ ਵਾਲੇ ਨੁਕਸਾਨਾਂ ਦੇ ਬਾਰੇ। ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸੀ ਕਿ ਸਰਕਾਰ ਦੇ ਨਾਲ ਜੰਗ ਕਿਵੇਂ ਲੜੀ ਜਾ ਸਕਦੀ ਹੈ। ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸੀ ਕਿ ਸਬਰ ਦੇ ਸਾਹਮਣੇ ਉਹਨਾਂ ਦੇ ਜਿਹੜੇ ਸਾਡੇ ਹਥਿਆਰ ਨੇ ਸਬਰ ਵਾਲੇ, ਉਹ ਜ਼ਬਰ ਦੇ ਸਾਹਮਣੇ ਕਿਸ ਤਰ੍ਹਾਂ ਕਾਰਗਰ ਹੋ ਸਕਦੇ ਨੇ। ਅਸੀਂ ਲੋਕਾਂ ਨੂੰ ਸਮਝਾਉਂਦੇ ਸੀ ਕਿ ਸੰਜਮ ਦੇ ਵਿੱਚ ਰਹਿ ਕੇ ਵੀ ਜੰਗ ਕਿਵੇਂ ਜਿੱਤੀ ਜਾ ਸਕਦੀ ਹੈ। ਅਸੀਂ ਇਹ ਗੱਲ ਕਰਦੇ ਸੀ ਕਿ ਸੰਘਰਸ਼ ਦੇ ਵਿੱਚ ਕੇਵਲ ਬੰਦੂਕਾਂ ਹੀ ਨਹੀਂ, ਬਲਕਿ ਕਲਮਾਂ ਵੀ ਕਈ ਵਾਰ ਬੰਦੂਕ ਦਾ ਕੰਮ ਕਰਦੀਆਂ ਨੇ। ਇਹ ਸਾਡਾ ਗੁਨਾਹ ਸੀ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸੀ। ਤੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਜਿਹੜੀ ਲੋਕਾਂ ਦੀ ਰਾਏ ਹੁੰਦੀ ਸੀ, ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਕਾਫੀ ਆਗੂਆਂ ਤੱਕ ਵੀ ਲੈ ਕੇ ਜਾਂਦੇ ਸੀ। ਮੈਂ ਹੌਲੀ ਹੌਲੀ ਸਾਰੇ ਆਗੂਆਂ ਦੇ ਨਾਮ, ਉਹਨਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਨਸ਼ਰ ਕਰ ਦੇਵਾਂਗਾ ਕਿ ਕਿਹੜੇ ਆਗੂਆਂ ਨੂੰ ਮਿਲ ਕੇ ਅਸੀਂ ਇਕੱਲੀ ਗੱਲ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਤੇ ਉਹਨਾਂ ਭਾਵਨਾਵਾਂ ਦੇ ਨਾਲ ਕਿਤੇ ਖਿਲਵਾੜ ਨਾ ਹੋ ਜਾਵੇ, ਅਸੀਂ ਹਰ ਆਗੂ ਤੱਕ ਇਹ ਗੱਲ ਲੈ ਕੇ ਜਾਂਦੇ ਰਹੇ। ਤੇ ਜਿਹੜਾ ਵੀ ਆਗੂ ਸਾਨੂੰ ਮਿਲਦਾ ਸੀ, ਉਹ ਚਾਹੇ ਖੱਬੇ ਪੱਖੀ ਸੀ, ਚਾਹੇ ਉਹ ਸੱਜੇ ਪੱਖੀ ਸੀ, ਸਾਨੂੰ ਇਸ ਗੱਲ ਦਾ ਵਿਸ਼ਵਾਸ ਜ਼ਰੂਰ ਦਿਵਾਉਂਦਾ ਸੀ ਕਿ ਮੈਂ ਤੁਹਾਡੀ ਗੱਲ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਜਾ ਕੇ ਜ਼ਰੂਰ ਰੱਖੂੰਗਾ।
ਉਹ ਕਿੰਨੀ ਰੱਖੀ ਜਾਂਦੀ ਸੀ, ਕਿੰਨੇ ਪ੍ਰਤੀਸ਼ਤ ਰੱਖੀ ਜਾਂਦੀ ਸੀ ਜਾਂ ਕਿਵੇਂ ਰੱਖੀ ਜਾਂਦੀ ਸੀ, ਉਸ ਦੇ ਬਾਰੇ ਤੇ ਸਾਨੂੰ ਨਹੀਂ ਪਤਾ, ਪਰ ਸਾਨੂੰ ਵਿਸ਼ਵਾਸ ਜ਼ਰੂਰ ਦਿਵਾਇਆ ਜਾਂਦਾ ਸੀ। ਉਸ ਤੋਂ ਅਗਲੀ ਗੱਲ, ਸਾਡੀ ਵਿਰੋਧਤਾ ਕਿਉਂ ਹੋਈ? ਸਾਡੀ ਵਿਰੋਧਤਾ ਦਾ ਮੂਲ ਕਾਰਨ ਸੀ ਕਿ ਜਿਸ ਵੇਲੇ ਸੰਯੁਕਤ ਮੋਰਚੇ ਦੀਆਂ ਸਰਕਾਰ ਦੇ ਨਾਲ ਬੈਠਕਾਂ ਹੋ ਰਹੀਆਂ ਸੀ, ਤਾਂ ਉਹਨਾਂ 1-2 ਬੈਠਕਾਂ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀ ਸੋਧਾਂ ਦਾ ਪ੍ਰਸਤਾਵ ਰੱਖਿਆ ਗਿਆ, ਉਸ ਪ੍ਰਸਤਾਵ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੇ ਤਕਰੀਬਨ ਕੁਝ ਸਰੋਤਾਂ ਅਨੁਸਾਰ 12 ਔਰ ਕੁਝ ਦੇ ਅਨੁਸਾਰ 14 ਜਥੇਬੰਦੀਆਂ ਦੇ ਆਗੂਆਂ ਨੇ ਸਹਿਮਤੀ ਦੇ ਦਿੱਤੀ। ਇਹ ਗੱਲ ਸਾਨੂੰ ਕੋਈ ਬਾਹਰੋਂ ਨਹੀਂ ਪਤਾ ਲੱਗੀ। ਜਿਸ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਡੇ ਨਾਲ ਕਿਸੇ ਮੰਚ ਦੇ ਉੱਪਰ ਲਾਈਵ ਡਿਬੇਟ ਕਰਨ ਵਾਸਤੇ ਆਉਣਗੇ, ਤਾਂ ਮੈਂ ਆਗੂਆਂ ਦੇ ਨਾਮ ਵੀ ਦੱਸ ਦੇਵਾਂਗਾ ਕਿ ਕਿਹੜੇ ਆਗੂ ਜਿਹੜੇ ਨੇ ਉਹ ਇਹਨਾਂ ਸੋਧਾਂ ਵਾਸਤੇ ਤਿਆਰ ਹੋ ਗਏ ਸੀ ਤੇ ਕਿਹੜੇ ਆਗੂ ਨੇ ਸਾਨੂੰ ਦੱਸਿਆ ਕਿ ਫਲਾਣਾ ਆਗੂ ਜਿਹੜਾ ਉਹ ਸੋਧਾਂ ਲਈ ਤਿਆਰ ਹੋ ਚੁੱਕਾ ਹੈ। ਸੋ ਸਾਡੇ ਵਾਸਤੇ ਉਸ ਵੇਲੇ ਸਟੈਂਡ ਲੈਣਾ ਬੜਾ ਅਹਿਮ ਸੀ। ਇਸ ਕਰਕੇ ਸੀ ਕਿ ਲੋਕਾਂ ਨੂੰ ਤਾਂ ਮੰਚ ਦੇ ਉੱਪਰੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਕਾਨੂੰਨ ਰੱਦ ਕਰਾਉਣ ਵਾਸਤੇ ਆਏ, ਤੇ ਕਾਨੂੰਨ ਰੱਦ ਕਰਾਉਣ ਦੇ ਐਲਾਨ ਮੰਚ ਦੇ ਉੱਪਰੋਂ ਕੀਤੇ ਜਾਂਦੇ ਨੇ, ਪਰ ਜਿਹੜੀਆਂ ਸਰਕਾਰ ਦੇ ਨਾਲ ਬੈਠਕਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਪੇਸ਼ ਜਿਹੜੀਆਂ ਸੋਧਾਂ ਦੀਆਂ ਤਜਵੀਜ਼ਾਂ ਨੇ ਉਹਨਾਂ ਦੇ ਉੱਪਰ ਸਹਿਮਤੀ ਪ੍ਰਗਟਾਈ ਜਾ ਰਹੀ ਸੀ। ਸੋ ਇਹ ਚਾਹੇ ਐਸਐਫਐਸ ਦੇ ਨਾਲ ਜੁੜੇ ਕਾਰਕੁਨ ਸੀ, ਚਾਹੇ ਅਸੀਂ ਸੀ, ਜਾਂ ਸਾਡੇ ਨਾਲ ਕੁਝ ਹੋਰ ਨੌਜਵਾਨ ਸੀ, ਜਦੋਂ ਸਾਨੂੰ ਕੁਝ ਆਗੂਆਂ ਨੇ ਇਹਨਾਂ ਸਾਰੇ ਘਟਨਾਕ੍ਰਮ ਦੇ ਪਿੱਛੇ ਵਾਪਰ ਰਹੇ ਵਰਤਾਰੇ ਦਾ ਦੱਸਿਆ, ਤਾਂ ਅਸੀਂ ਉਸੇ ਵੇਲੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਕਿ ਮੋਰਚੇ ਦੇ ਜਿਹੜੇ ਕੁਝ ਆਗੂ ਨੇ ਉਹ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਸੋਧਾਂ ਦੇ ਉੱਪਰ ਜਿਹੜੇ ਨੇ ਉਹ ਸਹਿਮਤੀ ਪ੍ਰਗਟ ਕਰ ਰਹੇ ਨੇ। ਸਾਨੂੰ ਇਹ ਵੀ ਪਤਾ ਲੱਗਾ ਕਿ ਸਰਕਾਰ ਨੇ ਜਦੋਂ 1.5 ਸਾਲ ਦੇ ਵਾਸਤੇ ਇਹਨਾਂ ਬਿੱਲਾਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ ਹੈ, ਤਾਂ ਕੁਝ ਆਗੂਆਂ ਦੀ ਸਿਰਫ ਅੜੀ ਇੰਨੀ ਹੈ ਕਿ 1.5 ਸਾਲ ਵਾਸਤੇ ਨਹੀਂ, ਬਲਕਿ 2 ਸਾਲ 2.5 ਸਾਲ ਜਾਂ ਫਿਰ ਜਦੋਂ ਤੱਕ ਮੌਜੂਦਾ ਮੋਦੀ ਸਰਕਾਰ ਹੈ ਉਦੋਂ ਤੱਕ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ। ਸੋ ਇਹ ਗੱਲਾਂ ਦੋਵੇਂ ਤੁਹਾਡੇ ਸਾਹਮਣੇ ਨੇ। ਸੋ ਸਭ ਤੋਂ ਵੱਡਾ ਕਾਰਨ ਸੀ ਕਿ ਅਸੀਂ ਇਸ ਸਾਰੇ ਜਿਹੜੇ ਵਰਤਾਰੇ ਨੇ ਇਹਦੇ ਵਿੱਚ ਇਹਨਾਂ ਦੀ ਗਲੇ ਦੀ ਹੱਡੀ ਬਣਦੇ ਜਾ ਰਹੇ ਸੀ, ਜਿਹਦੇ ਕਰਕੇ ਸਾਡਾ ਇੰਨਾ ਵਿਰੋਧ ਹੋਇਆ। ਬਾਕੀ ਨਾ ਤੇ ਧਰਮ ਦੇ ਕਰਕੇ, ਕਿਉਂਕਿ ਧਰਮੀ ਵਿਅਕਤੀ ਦਾ ਸ਼ਾਮਲ ਹੋਣਾ, ਇਤਿਹਾਸਕਾਰ ਦਾ ਸ਼ਾਮਲ ਹੋਣਾ, ਪਰ ਉੱਥੇ ਕਿਸੇ ਵੀ ਰੂਪ ਦੇ ਵਿੱਚ ਕੋਈ ਧਾਰਮਿਕ ਜਥੇਬੰਦੀ ਦਾ ਜਾਂ ਕਿਸੇ ਵੀ ਰੂਪ ਦੇ ਵਿੱਚ ਕਿਸੇ ਧਾਰਮਿਕ ਗੁੱਟ ਦਾ ਸੰਗਠਿਤ ਕਰਨਾ, ਇਹ ਤਾਂ ਬੁਰਾ ਕਿਹਾ ਜਾ ਸਕਦਾ, ਪਰ ਕਿਸੇ ਧਰਮੀ ਵਿਅਕਤੀ ਦਾ ਮੋਰਚੇ ਵਿੱਚ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੁੰਦਾ। ਮੈਂ ਤੇ ਸੋਚਦਾ ਕਿ ਸਦੋਂ ਜਿੰਨੇ ਵੀ ਧਾਰਮਿਕ ਵਿਅਕਤੀ, ਇਤਿਹਾਸਕਾਰ, ਫਿਲਾਸਫਰ ਨੇ, ਉਹਨਾਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ, ਕਿਉਂਕਿ ਇਹ ਜੰਗ ਜਿਹੜੀ ਹੈ ਇਹ ਪੰਜਾਬ ਦੀ ਹੋਂਦ ਦੇ ਵਾਸਤੇ ਤੇ ਕਿਸਾਨੀ ਦੇ ਹੱਕਾਂ ਵਾਸਤੇ ਲੜੀ ਜਾ ਰਹੀ ਹੈ, ਤੇ ਕਿਸਾਨੀ ਦੇ ਵਿੱਚੋਂ ਧਰਮ ਦੇ ਤੱਤ ਨੂੰ ਬਾਹਰ ਕੱਢ ਕੇ ਵੇਖਿਆ ਹੀ ਨਹੀਂ ਜਾ ਸਕਦਾ। ਉਸ ਤੋਂ ਅਗਲੀ ਗੱਲ, 24 ਤਰੀਕ ਨੂੰ ਮੈਂ ਸੰਯੁਕਤ ਕਿਸਾਨ ਮੋਰਚੇ ਦੇ 5 ਆਗੂਆਂ ਨੂੰ ਮਿਲਿਆ ਔਰ ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਬਾਰੇ ਦੱਸਿਆ ਕਿ ਲੋਕ ਜਿਹੜੇ ਨੇ ਉਹ ਤੁਹਾਡੇ ਤੈਅਸ਼ੁਦਾ ਜਿਹੜਾ ਤੁਸੀਂ ਐਲਾਨ ਕਰ ਚੁੱਕੇ ਹੋ ਬਹੁਤ ਵਾਰੀ ਮੰਚ ਦੇ ਉੱਪਰੋਂ, ਉਸ ਰੂਟ ਦੇ ਉੱਪਰ ਟਰੈਕਟਰ ਲੈ ਕੇ ਜਾਣਾ ਚਾਹੁੰਦੇ ਨੇ, ਪਰ ਹੁਣ ਜਦੋਂ ਤੁਸੀਂ ਉਸ ਰੂਟ ਤੋਂ ਕਿਸੇ ਨੂੰ ਬਦਲ ਕੇ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਰੂਟ ਉੱਪਰ ਜਾਣ ਦਾ ਐਲਾਨ ਕੀਤਾ, ਤੇ ਸਰਕਾਰੀ ਤਜਵੀਜ਼ਸ਼ੁਦਾ ਰੂਟ ਦੇ ਉੱਪਰ ਜਿਹੜੇ ਲੋਕ ਨੇ ਉਹ ਟਰੈਕਟਰ ਲੈ ਕੇ ਨਹੀਂ ਜਾਣਾ ਚਾਹੁੰਦੇ। ਸਾਨੂੰ ਇਹਨਾਂ ਆਗੂਆਂ ਨੇ ਭਰੋਸਾ ਦਿਵਾਇਆ ਕਿ ਤੁਸੀਂ ਵੀ ਕੋਸ਼ਿਸ਼ ਕਰੋ ਕਿ ਲੋਕਾਂ ਨੂੰ ਸਮਝਾਇਆ ਜਾਵੇ, ਪਰ ਅਸੀਂ, ਜੇਕਰ ਤੁਸੀਂ ਸਮਝਦੇ ਹੋ ਕਿ ਲੋਕ ਨਹੀਂ ਮੰਨਦੇ, ਤਾਂ ਅਸੀਂ ਲੋਕਾਂ ਦੇ ਵਾਸਤੇ ਇੱਕ ਹੋਰ ਵੱਡਾ ਪ੍ਰੋਗਰਾਮ ਦੇ ਦੇਵਾਂਗੇ। ਅਸੀਂ 1 ਤਰੀਕ ਨੂੰ ਸੰਸਦ ਵੱਲ ਕੂਚ ਕਰਨ ਦਾ ਐਲਾਨ ਕਰਾਂਗੇ। ਸੋ ਇਹ ਗੱਲ ਜਿਹੜੀ ਸੀ ਇਹ 24 ਤਰੀਕ ਨੂੰ ਖਤਮ ਹੋ ਗਈ। 25 ਤਰੀਕ ਨੂੰ ਦੁਪਹਿਰ ਤੋਂ ਬਾਅਦ ਨੌਜਵਾਨਾਂ ਨੇ ਇਸ ਸਾਰੇ ਜਿਹੜੇ ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ ਲਿਆ ਗਿਆ ਫੈਸਲਾ ਸੀ ਕਿ ਅਸੀਂ ਸਰਕਾਰੀ ਤਜਵੀਜ਼ਸ਼ੁਦਾ ਰੂਟ ਦੇ ਉੱਪਰ ਟਰੈਕਟਰ ਮਾਰਚ ਕਰਾਂਗੇ, ਉਹਦੇ ਖਿਲਾਫ ਇੱਕ ਤਰ੍ਹਾਂ ਦੇ ਨਾਲ ਵਿਦਰੋਹ ਕਰ ਦਿੱਤਾ। ਨੌਜਵਾਨਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਸਾਡਾ ਰੂਟ ਰਿੰਗ ਰੋਡ ਹੈ। ਉਹ ਨਾਅਰੇ ਮਾਰਦੇ ਨੌਜਵਾਨ ਮੰਚ ਉੱਪਰ ਗਏ। ਮੰਚ ਦੇ ਉੱਪਰ ਦੂਸਰੇ ਪੱਧਰ ਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਨ, ਕੋਈ ਵੱਡਾ ਆਗੂ ਮੌਜੂਦ ਨਹੀਂ ਸੀ, ਤੇ ਉਹ ਸਾਰੇ ਸਟੇਜ ਦੇ ਉੱਪਰ ਕਾਬਜ਼ ਹੋ ਗਏ ਔਰ ਸਟੇਜ ਤੇ ਉਹਨਾਂ ਦੇ ਕਾਬਜ਼ ਹੋਣ ਤੋਂ ਬਾਅਦ ਇੱਕ ਬਹੁਤ ਵੱਡਾ ਇਕੱਠ ਜਿਹੜਾ ਸੀ ਪੰਡਾਲ ਦੇ ਵਿੱਚ ਹੋ ਗਿਆ। ਸ਼ਾਮਾਂ ਤੋਂ ਲੈ ਕੇ ਰਾਤ ਤੱਕ ਉਹ ਨੌਜਵਾਨ ਜਿਹੜੇ ਸੀ ਉਸ ਇਕੱਠ ਨੂੰ ਸੰਬੋਧਿਤ ਹੁੰਦੇ ਰਹੇ ਤੇ ਬਾਰ-ਬਾਰ ਉੱਥੇ ਮੰਗ ਕਰਦੇ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੰਚ ਦੇ ਉੱਪਰੋਂ ਆ ਕੇ ਸਾਡੀਆਂ ਮੰਗਾਂ ਨੂੰ ਸੁਣਨ ਤੇ ਸਾਡੀਆਂ ਮੰਗਾਂ ਨੂੰ ਪ੍ਰਵਾਨਗੀ ਦੇਣ। ਪਰ ਰਾਤ ਤੱਕ
ਕੋਈ ਵੀ ਜਿਹੜਾ ਸੀ ਇਹਨਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਲੀਡਰ ਜਿਹੜਾ ਸੀ ਜਾਂ ਆਗੂ ਜਿਹੜਾ ਸੀ ਉੱਥੇ ਨਾ ਆਇਆ। ਉਸ ਤੋਂ ਬਾਅਦ ਮੈਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਫੋਨ ਆਉਂਦਾ ਹੈ ਕਿ ਡਾਕਟਰ ਸਾਹਿਬ ਤੁਸੀਂ ਜਾਓ ਤੇ ਨੌਜਵਾਨਾਂ ਨੂੰ ਸ਼ਾਂਤ ਕਰੋ, ਕਿਤੇ ਨੌਜਵਾਨ ਦੇ ਇਸ ਭੜਕਾਹਟ ਨੂੰ ਇਸ ਰੂਪ ਦੇ ਵਿੱਚ ਨਾ ਪੇਸ਼ ਕੀਤਾ ਜਾਵੇ ਕਿ ਸ਼ਾਇਦ ਨੌਜਵਾਨਾਂ ਨੂੰ ਅਸੀਂ ਭੜਕਾਇਆ। ਤੇ ਮੈਂ ਸਰਵਣ ਸਿੰਘ ਪੰਧੇਰ ਹੁਣਾਂ ਨੂੰ ਜਵਾਬੀ ਰੂਪ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਜਦੋਂ ਇਸ ਮੰਚ ਦੇ ਉੱਪਰੋਂ ਸਿੱਖ ਪਰੰਪਰਾਵਾਂ ਦੇ ਖਿਲਾਫ, ਸਿੱਖ ਮਰਿਆਦਾ ਦੇ ਖਿਲਾਫ ਜਾਂ ਨਿਸ਼ਾਨ ਸਾਹਿਬ ਦੇ ਬਾਤ ਦੇ ਜਿਹੜੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਗਈਆਂ ਸੀ, ਮੈਂ ਉਸ ਤੋਂ ਬਾਅਦ ਸਿਰਫ ਉਹਨਾਂ ਟਿੱਪਣੀਆਂ ਦਾ ਜਵਾਬ ਦੇਣ ਵਾਸਤੇ ਇੱਕ ਦਿਨ ਮੰਚ ਦੇ ਉੱਪਰ ਗਿਆ। ਉਸ ਤੋਂ ਬਾਅਦ ਮੈਂ ਮੰਚ ਦੇ ਉੱਪਰ ਨਹੀਂ ਗਿਆ ਤੇ ਨਾ ਹੀ ਮੈਂ ਜਾਣਾ ਚਾਹੁੰਦਾ ਹਾਂ। ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਲੱਖਾ ਸਿਧਾਣੇ ਨੇ ਸਟੇਜ ਦੇ ਉੱਪਰ ਜਾ ਕੇ ਨੌਜਵਾਨਾਂ ਨੂੰ ਸ਼ਾਂਤ ਕੀਤਾ ਔਰ ਉਹਨਾਂ ਨੂੰ ਦੱਸਿਆ ਕਿ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ। ਜਿਹੜੇ ਨੌਜਵਾਨ ਜਿਹੜੇ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਸਰਕਾਰੀ ਤਜਵੀਜ਼ਸ਼ੁਦਾ ਰੂਟ ਦੇ ਉੱਪਰ ਨਹੀਂ ਜਾਣਾ ਚਾਹੁੰਦੇ, ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰੂਟ ਉੱਪਰ ਚਲੇ ਜਾਣ। ਖੈਰ ਬਾਅਦ ਦੇ ਵਿੱਚ ਮੈਨੂੰ ਲੱਖੇ ਸਿਧਾਣੇ ਨੇ ਇਹ ਗੱਲ ਵੀ ਦੱਸੀ ਕਿ ਉਸ ਨੂੰ ਮੰਚ ਦੇ ਉੱਪਰ ਵੀ ਡਾਲੇਵਾਲ ਨੇ ਉਹਨਾਂ ਨੇ ਫੋਨ ਕਰਕੇ ਭੇਜਿਆ ਸੀ ਕਿ ਜਾ ਕੇ ਨੌਜਵਾਨਾਂ ਨੂੰ ਸ਼ਾਂਤ ਕੀਤਾ ਜਾਵੇ। ਪਰ ਮੈਂ ਉਦੋਂ ਤੱਕ ਮੰਚ ਦੇ ਉੱਪਰ ਨਹੀਂ ਗਿਆ। ਮੈਂ ਔਰ ਵੀਰ ਸਿੰਘ ਜਿਹੜੇ ਆ ਅਸੀਂ ਦੋਵੇਂ ਜਾਣੇ ਹੀ ਇੱਕ ਤੰਬੂ ਦੇ ਵਿੱਚ ਬੈਠੇ ਰਹੇ। ਰਾਤ ਪੈ ਗਈ। ਜਦੋਂ ਅਸੀਂ ਖਾਣੇ ਵਾਸਤੇ ਜਾ ਰਹੇ ਸੀ ਤਾਂ ਨੌਜਵਾਨਾਂ ਦਾ ਇੱਕ ਜਥਾ ਜਿਸ ਦੀ ਅਗਵਾਈ ਸਰਦਾਰ ਮਨਧੀਰ ਸਿੰਘ ਸਿੱਖ ਸਿਆਸਤ ਵਾਲੇ ਕਰ ਰਹੇ ਸੀ, ਉਹ 50-60 ਨੌਜਵਾਨਾਂ ਨੂੰ ਲੈ ਕੇ ਮੰਚ ਵੱਲ ਜਾ ਰਹੇ ਸੀ। ਉਹਨਾਂ ਦੇ ਨਾਲ ਦਵਿੰਦਰ ਸਿੰਘ ਸੇਖੋਂ, ਅਜੇਪਾਲ ਬਰਾੜ ਹੁਣੀ ਵੀ ਸਨ। ਸਾਨੂੰ ਇਹ ਜਦੋਂ ਰਸਤੇ ਦੇ ਵਿੱਚ ਮਿਲੇ ਤੇ ਅਜੇਪਾਲ ਬਰਾੜ ਹੁਣੀ ਕਹਿੰਦੇ ਕਿ ਹੁਣੇ ਸਾਡੇ ਨਾਲ ਚੱਲੋ। ਅਸੀਂ ਮਨਧੀਰ ਸਿੰਘ ਹੁਣਾਂ ਦੇ ਨਾਲ ਮੰਚ ਦੇ ਉੱਪਰ ਆ ਗਏ। ਮਨਧੀਰ ਸਿੰਘ ਹੁਣਾਂ ਨੇ ਉਸ ਸਾਰੇ ਮੰਚ ਨੂੰ ਸੰਭਾਲਣ ਤੋਂ ਬਾਅਦ ਮਨਧੀਰ ਸਿੰਘ ਹੁਣਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਤੁਹਾਡੀਆਂ ਮੰਗਾਂ ਕੀ ਨੇ। ਨੌਜਵਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸਾਹਮਣੇ ਆਪਣੀ ਮੰਗ ਰੱਖਣਾ ਚਾਹੁੰਦੇ ਹਾਂ ਕਿ ਉਹ ਸਾਡੇ ਜਿਹੜੇ ਦੱਸੇ ਹੋਏ ਰੂਟ, ਜਿਹੜਾ ਉਹਨਾਂ ਪਹਿਲਾਂ ਐਲਾਨ ਕੀਤਾ ਸੀ, ਉਹਦੇ ਉੱਪਰ ਟਰੈਕਟਰ ਮਾਰਚ ਕੱਢਣ, ਨਾ ਕਿ ਸਰਕਾਰੀ ਤਜਵੀਜ਼ਸ਼ੁਦਾ ਰੂਟ ਦੇ ਉੱਪਰ। ਮਨਧੀਰ ਸਿੰਘ ਹੁਣਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਨੌਜਵਾਨਾਂ ਨੂੰ ਸ਼ਾਂਤ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਤੁਹਾਡੀ ਗੱਲ ਜਿਹੜੀ ਹੈ ਉਹ ਕੌਣ ਲੈ ਕੇ ਜਾਵੇ ਲੋਕਾਂ ਤੱਕ। ਇਹ ਬੜੀ ਅਹਿਮ ਗੱਲ ਹੈ। ਕੁਝ ਲੋਕ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਕੇ ਇਹ ਗੱਲ ਕਹਿ ਰਹੇ ਨੇ ਕਿ ਉੱਥੇ ਮੰਚ ਦੇ ਉੱਪਰ ਕਬਜ਼ਾ ਕਰ ਲਿਆ, ਕਮੇਟੀ ਬਣਾ ਦਿੱਤੀ ਗਈ। ਨਾ ਤਾਂ ਮੰਚ ਦੇ ਉੱਪਰ ਕਬਜ਼ਾ ਕੀਤਾ ਗਿਆ ਤੇ ਨਾ ਹੀ ਕੋਈ ਮੋਰਚੇ ਦੀ ਵਾਗਡੋਰ ਹੱਥ ਵਿੱਚ ਲੈਣ ਵਾਸਤੇ ਕਮੇਟੀ ਬਣਾਈ ਗਈ। ਦਰਅਸਲ ਜਦੋਂ ਮਨਧੀਰ ਸਿੰਘ ਨੇ ਪੁੱਛਿਆ ਕਿ ਤੁਸੀਂ ਆਪਣੇ ਵੱਲੋਂ 5 ਨੌਜਵਾਨ ਜਾਂ 5 ਆਗੂ ਚੁਣਦੇ ਹੋ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਤੁਹਾਡੀ ਗੱਲਬਾਤ ਕਰ ਸਕਣ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਸ ਦੇ ਉੱਪਰ ਸਭ ਤੋਂ ਵੱਧ ਜੈਕਾਰੇ ਆਏ ਉਹ ਦੀਪ ਸਿੱਧੂ ਦਾ ਨਾਮ ਸੀ। ਉਸ ਤੋਂ ਬਾਅਦ ਲੱਖੇ ਸਿਧਾਣੇ ਦਾ ਨਾਮ, ਉਸ ਤੋਂ ਬਾਅਦ ਵੀਰ ਸਿੰਘ ਦਾ ਤੇ ਮੇਰਾ ਨਾਮ, ਤੇ 5ਵਾਂ ਨਾਮ ਜਿਹੜਾ ਸੀਗਾ ਉਹ ਅਰਬਾਂ ਖਰਬਾਂ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਉਹਨਾਂ ਦਾ ਨਾਮ। ਇਹ ਜਿਹੜੀ ਕਮੇਟੀ ਸੀ ਇਹ ਸਟੇਜ ਦੇ ਉੱਪਰੋਂ ਅਨਾਉਂਸ ਕਰ ਦਿੱਤੀ ਗਈ। ਜਦੋਂ ਸਟੇਜ ਦੇ ਉੱਪਰੋਂ ਇਹ ਕਮੇਟੀ ਅਨਾਉਂਸ ਕੀਤੀ ਗਈ, ਨਾ ਉੱਥੇ ਲੱਖਾ ਸਿਧਾਣਾ ਸੀ, ਨਾ ਉੱਥੇ ਦੀਪ ਸਿੱਧੂ ਸੀ, ਨਾ ਇਹਨਾਂ ਦੀ ਪ੍ਰਵਾਨਗੀ ਲਈ ਗਈ ਹੈ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਇਹ ਕਮੇਟੀ ਕੋਈ ਆਗੂਆਂ ਨੂੰ ਰਿਪਲੇਸ ਕਰਨ ਵਾਸਤੇ ਨਹੀਂ ਹੈਗੀ। ਇਹ ਤੇ ਆਗੂਆਂ ਦੇ ਨਾਲ ਗੱਲਬਾਤ ਕਰਨ ਲਈ ਹੈ। ਹੁਣ ਬਣੀ ਹੈ, ਗੱਲਬਾਤ ਹੋਵੇਗੀ, ਸਵੇਰੇ ਆਪਣੇ ਆਪ ਹੀ ਭੰਗ ਹੋ ਜਾਣੀ ਹੈ। ਇਹ ਕੋਈ ਸੰਦੀਵੀ ਕਮੇਟੀ ਤਾਂ ਹੈ ਨਹੀਂ ਸੀ ਜਿਹਦੇ ਬਾਰੇ ਇੰਨਾ ਵਿਵਾਦ ਜਿਹੜਾ ਸੀ ਉਹ ਖੜਾ ਕੀਤਾ ਗਿਆ। ਖੈਰ ਸਾਰੇ ਮੰਚ ਦੇ ਉੱਪਰ ਤਕਰੀਰਾਂ ਕਰ ਰਹੇ ਸਨ ਤੇ ਸਾਡੀਆਂ ਜਿੰਨੀਆਂ ਵੀ ਅਸੀਂ ਤਕਰੀਰਾਂ ਕੀਤੀਆਂ ਨੇ, ਬੇਸ਼ੱਕ ਅਸੀਂ ਗਰਮੀ ਦੇ ਵਿੱਚ ਵੀ ਕੀਤੀਆਂ ਨੇ ਕਿਉਂਕਿ ਨੌਜਵਾਨਾਂ ਨੂੰ ਸ਼ਾਂਤ ਕਰਨਾ ਪੈਣਾ ਸੀ, ਪਰ ਸਾਰਿਆਂ ਦੀਆਂ ਜਿਹੜੀਆਂ ਤਕਰੀਰਾਂ ਸੀ ਉਹਨਾਂ ਦਾ ਕੇਂਦਰੀ ਭਾਵ ਇੱਕੋ ਸੀ ਕਿ ਅਸੀਂ ਉਸ ਪ੍ਰੋਗਰਾਮ ਦੇ ਉੱਪਰ ਚੱਲਾਂਗੇ ਜਿਹੜੇ ਹੁਣ ਸਟੇਜ ਦੇ ਉੱਪਰੋਂ ਆ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਲਾਨ ਕਰਨਗੇ। ਮਨਧੀਰ ਸਿੰਘ ਹੁਣਾਂ ਨੇ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਕਹੀ ਕਿ ਮੈਂ ਇਹ ਜ਼ਿੰਮੇਵਾਰੀ ਚੁੱਕਦਾ ਹਾਂ ਕਿ ਮੈਂ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੱਕ ਪਹੁੰਚਾਂਗਾ ਤੇ ਉਹਨਾਂ ਨੂੰ ਇਸ ਮੰਚ ਦੇ ਉੱਪਰ ਲੈ ਕੇ ਆਵਾਂਗਾ। ਤੁਸੀਂ ਮੰਚ ਉੱਪਰ ਉਹਨਾਂ ਦਾ ਇੰਤਜ਼ਾਰ ਕਰੋ। ਉਹ ਮੰਚ ਉੱਪਰ ਆ ਕੇ ਤੁਹਾਡੀ ਰਾਏ ਦੇ ਮੁਤਾਬਕ ਚੱਲਣਗੇ। ਜੇ ਆਗੂ ਮੰਚ ਦੇ ਉੱਪਰ ਨਹੀਂ ਆਉਂਦੇ ਤੇ ਫਿਰ ਨੌਜਵਾਨ ਜਿਹੜੇ ਨੇ ਉਹ ਆਪਣਾ ਰਸਤਾ ਆਪ ਤੈਅ ਕਰ ਸਕਦੇ ਹਨ। ਇਹ ਉਹਨਾਂ ਨੂੰ ਇਖਤਿਆਰ ਹੈ। ਇਹ ਗੱਲ ਕਹਿ ਕੇ ਮਨਧੀਰ ਸਿੰਘ ਹੁਣਾਂ ਨੇ ਆਪਣੇ 5 ਜਿਹੜੇ ਸਾਥੀ ਸੀ ਉਹਨਾਂ ਦੇ ਇਨਾਮ ਅਨਾਉਂਸ ਕਰ ਦਿੱਤੇ।
ਜਿਨ੍ਹਾਂ ਨੇ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਮੀਟਿੰਗ ਕਰਨੀ ਸੀ ਤੇ ਉਹਨਾਂ ਨੂੰ ਦੱਸਣਾ ਸੀ ਕਿ ਅਸੀਂ ਉੱਥੋਂ 5 ਵਿਅਕਤੀ ਚੁਣੇ ਨੇ ਜਿਹੜੇ ਤੁਹਾਡੇ ਨਾਲ ਨੌਜਵਾਨਾਂ ਦੀ ਜਿਹੜੀ ਰਾਏ ਹੈ ਜਾਂ ਭਾਵਨਾਵਾਂ ਨੇ ਉਹ ਸਾਂਝੀਆਂ ਕਰਨਗੇ। ਉਹਨਾਂ 5 ਵਿਅਕਤੀਆਂ ਦੇ ਵਿੱਚ ਜਿਹੜੇ ਮਨਧੀਰ ਸਿੰਘ ਹੁਣਾਂ ਨੇ ਜਾਣਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਕੋਲ, ਉਹਨਾਂ ਵਿੱਚ ਸਰਦਾਰ ਮਨਧੀਰ ਸਿੰਘ, ਸਰਦਾਰ ਦਵਿੰਦਰ ਸਿੰਘ ਸੇਖੋਂ, ਸਰਦਾਰ ਅਜੇਪਾਲ ਸਿੰਘ ਬਰਾੜ, ਬਾਬਾ ਬਖਸ਼ੀਸ਼ ਸਿੰਘ ਤੇ ਬਲਜਿੰਦਰ ਸਿੰਘ ਪਰਵਾਨਾ, ਇਹ 5 ਨਾਮ ਸਨ। ਅਸੀਂ ਸਟੇਜ ਦੇ ਉੱਪਰੋਂ ਨੌਜਵਾਨਾਂ ਨੂੰ ਸ਼ਾਂਤ ਕਰਦੇ ਰਹੇ। ਸਾਡੇ ਸ਼ਾਂਤ ਕਰਦਿਆਂ ਦੀਪ ਸਿੱਧੂ ਮੰਚ ਦੇ ਉੱਪਰ ਆਇਆ। ਹੁਣ ਇਹ ਬੜੀ ਅਹਿਮ ਗੱਲ ਹੈ, ਕਹਿੰਦੇ ਨੇ ਦੀਪ ਸਿੱਧੂ ਨੇ ਸਟੇਜ ਦੇ ਉੱਪਰ ਕਬਜ਼ਾ ਕਰਵਾ ਦਿੱਤਾ ਜਾਂ ਲੱਖੇ ਸਿਧਾਣੇ ਨੇ ਕਬਜ਼ਾ ਕਰਵਾ ਦਿੱਤਾ। ਲੱਖਾ ਸਿਧਾਣਾ ਨੌਜਵਾਨਾਂ ਨੂੰ ਸ਼ਾਂਤ ਕਰਕੇ ਪਹਿਲਾਂ ਜਾ ਚੁੱਕਾ ਸੀ। ਦੀਪ ਸਿੱਧੂ ਸਭ ਤੋਂ ਬਾਅਦ ਦੇ ਵਿੱਚ ਆਇਆ ਤੇ ਜਦੋਂ ਇਹ ਜਿਹੜੀ ਕਮੇਟੀ ਅਨਾਉਂਸ ਕੀਤੀ ਹੈ ਉਦੋਂ ਲੱਖਾ ਸਿਧਾਣਾ ਮੰਚ ਦੇ ਉੱਪਰ ਨਹੀਂ ਸੀ। ਦੀਪ ਸਿੱਧੂ ਬੇਸ਼ੱਕ ਮੰਚ ਦੇ ਉੱਪਰ ਸੀ ਜਦੋਂ ਕਮੇਟੀ ਅਨਾਉਂਸ ਕੀਤੀ ਗਈ, ਪਰ ਦੀਪ ਸਿੱਧੂ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਇਹ ਕਮੇਟੀ ਕੋਈ ਇਹਨਾਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਰਿਪਲੇਸ ਕਰਨ ਵਾਸਤੇ ਨਹੀਂ ਹੈ, ਬਦਲਣ ਵਾਸਤੇ ਨਹੀਂ ਹੈ। ਔਰ ਉਸਨੇ ਬੜਾ ਸਪਸ਼ਟ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜਾ ਪ੍ਰੋਗਰਾਮ ਦੇਣਗੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਅਸੀਂ ਉਸ ਨਾਲ ਚੱਲਾਂਗੇ। ਸੋ ਅਸੀਂ ਮੰਚ ਉੱਪਰ ਸੀ ਤੇ ਜਿਹੜੀ ਕਮੇਟੀ ਨੇ ਗੱਲਬਾਤ ਕਰਨਾ ਸੀ ਉਹ ਕਮੇਟੀ ਚਲੀ ਗਈ। ਕਾਫੀ ਲੰਬਾ ਸਮਾਂ ਜਿਹੜਾ ਮੰਚ ਚੱਲਦਾ ਰਿਹਾ। ਕਮੇਟੀ ਦੇ ਜਿਹੜੇ ਮੈਂਬਰ ਸਾਡੇ ਸੰਪਰਕ ਵਿੱਚ ਸਨ, ਜਿਹੜੇ ਸਾਡਾ ਫੋਨ ਉਠਾ ਰਹੇ ਸਨ, ਉਹ ਦਵਿੰਦਰ ਸਿੰਘ ਸੇਖੋਂ ਸਨ। ਜਿੰਨਾ ਚਿਰ ਇਹ ਮੰਚ ਚੱਲਦਾ ਰਿਹਾ ਮੈਂ ਤਕਰੀਬਨ 10 ਵਾਰੀ ਦਵਿੰਦਰ ਸਿੰਘ ਸੇਖੋਂ ਦੇ ਨਾਲ ਜਿਹੜੀ ਉਹ ਗੱਲਬਾਤ ਕੀਤੀ ਕਿ ਸਾਨੂੰ ਜਲਦੀ ਦੱਸੋ ਅਸੀਂ ਨੌਜਵਾਨਾਂ ਨੂੰ ਕੀ ਪ੍ਰੋਗਰਾਮ ਦਈਏ ਜਾਂ ਕੀ ਆਗੂ ਮੰਚ ਦੇ ਉੱਪਰ ਨੌਜਵਾਨਾਂ ਨੂੰ ਸੁਣਨ ਵਾਸਤੇ ਆ ਰਹੇ ਨੇ। ਦਵਿੰਦਰ ਸਿੰਘ ਸੇਖੋਂ ਨੇ ਬਾਰ-ਬਾਰ ਕਹਿ ਰਹੇ ਸੀ ਕਿ ਮੈਂ ਬਹੁਤ ਇੱਥੇ ਅੱਕਿਆ ਪਿਆ ਵਾਂ ਕਿ ਜਿਹੜੇ ਆਗੂ ਨੇ ਉਹ ਅਜੇ ਤੱਕ ਆਪਣਾ ਕੋਈ ਫੈਸਲਾ ਨਹੀਂ ਦੇ ਰਹੇ। ਮੈਂ ਬਾਰ-ਬਾਰ ਉਹਨਾਂ ਨੂੰ ਫੋਨ ਕਰਦਾ ਰਿਹਾ। ਅਖੀਰ ਦੀਪ ਸਿੱਧੂ ਨੇ ਬੜੇ ਸੁਚੱਜੇ ਰੂਪ ਦੇ ਵਿੱਚ ਉਸ ਮੰਚ ਦਾ ਜਿਹੜਾ ਸੀ, ਉਸ ਸਟੇਜ ਦਾ ਜਿਹੜਾ ਸੀ ਜਾਂ ਉਸ ਪ੍ਰੋਗਰਾਮ ਦਾ ਜਿਹੜਾ ਸੀ ਅੰਤ ਕੀਤਾ ਤੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਆਪੋ ਆਪਣੇ ਜਿਹੜੇ ਟੈਂਟ ਨੇ ਜਾਂ ਤੰਬੂ ਨੇ ਉਹਨਾਂ ਵਿੱਚ ਚਲੇ ਜਾਓ, ਸਵੇਰੇ ਅਸੀਂ ਫਿਰ ਇਕੱਤਰ ਹੋ ਕੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਾਂਗੇ। ਜਦੋਂ ਅਸੀਂ ਮੰਚ ਤੋਂ ਵਾਪਸ ਜਾ ਰਹੇ ਹਾਂ ਤਾਂ ਉਸ ਵੇਲੇ ਮੈਨੂੰ ਦਵਿੰਦਰ ਸਿੰਘ ਸੇਖੋਂ ਹੋਣਾ ਦਾ ਫੋਨ ਆਇਆ। ਮੇਰੇ ਨਾਲ ਵੀਰ ਸਿੰਘ ਵੀ ਸੀਗਾ ਤੇ ਉਹਨਾਂ ਨੇ ਕਿਹਾ ਕਿ ਸਾਡੀ ਕਿਸਾਨ ਆਗੂਆਂ ਦੇ ਨਾਲ ਗੱਲ ਹੋ ਗਈ ਹੈ। ਕਿਸਾਨ ਆਗੂਆਂ ਦੇ ਵਿੱਚੋਂ ਕੁਝ ਆਗੂ ਨੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨਗੇ, ਇਸ ਕਰਕੇ ਤੁਸੀਂ ਹੁਣੇ ਹੀ ਵਾਈਟ ਹਿੱਲ ਹੋਟਲ ਆ ਜਾਓ। ਰਸਤੇ ਦੇ ਵਿੱਚ ਅਸੀਂ ਦੀਪ ਸਿੱਧੂ ਨੂੰ ਫੋਨ ਕੀਤਾ ਕਿਉਂਕਿ ਮੈਂ ਤੇ ਵੀਰ ਸਿੰਘ ਅਸੀਂ 2 ਜਣੇ ਆ ਰਹੇ ਸੀ, ਸਾਡੇ ਨਾਲ ਪ੍ਰਭਜੋਤ ਸਿੰਘ ਸੀ। ਦੂਸਰੇ ਪਾਸੇ ਲੱਖਾ ਸਿਧਾਣਾ ਪਹਿਲਾਂ ਹੀ ਨੌਜਵਾਨਾਂ ਦੇ ਨਾਲ ਵਾਰਤਾਲਾਪ ਕਰਨ ਤੋਂ ਬਾਅਦ ਆਪਣੇ ਤੰਬੂ ਵਿੱਚ ਜਾ ਚੁੱਕਾ ਸੀ। ਉਸ ਤੋਂ ਬਾਅਦ ਜਿਹੜਾ ਮੈਂਬਰ ਨੇ ਨਿਹੰਗ ਬਾਬਾ ਰਾਜ ਸਿੰਘ, ਉਹ ਇਹ ਕਹਿ ਕੇ ਕਿ ਜੋ ਨੌਜਵਾਨ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋਵੇਗਾ, ਉਹ ਵੀ ਆਪਣੇ ਤੰਬੂ ਦੇ ਵਿੱਚ ਜਾ ਚੁੱਕੇ ਸੀ। ਸੋ ਅਸੀਂ 4 ਜਣੇ ਜਿਹੜੇ ਸੀ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਸਾਂ, ਜਿਨ੍ਹਾਂ ਦੇ ਵਿੱਚ ਮੈਂ, ਵੀਰ ਸਿੰਘ, ਦੀਪ ਸਿੱਧੂ ਔਰ ਲੱਖਾ ਸਿਧਾਣਾ। ਲੱਖੇ ਸਿਧਾਣੇ ਨੂੰ ਫੋਨ ਦੇ ਉੱਪਰ ਪਹਿਲਾਂ ਮੈਂ ਦੱਸਿਆ ਕਿ ਤੁਹਾਨੂੰ ਕਮੇਟੀ ਦੇ ਵਿੱਚ ਲਿਆ ਗਿਆ ਤੇ ਲੱਖੇ ਨੇ ਕਿਹਾ ਕਿ ਕਮੇਟੀ ਦੇ ਵਿੱਚ ਨਾ ਮੈਂ ਆਉਣਾ ਹੈ ਨਾ ਮੈਨੂੰ ਜ਼ਰੂਰਤ ਹੈ। ਉਸ ਤੋਂ ਬਾਅਦ ਮੈਂ ਉਹ ਜਿਹੜਾ ਫੋਨ ਸੀ ਉਹ ਬਾਬਾ ਹਰਦੀਪ ਸਿੰਘ ਮਹਾਰਾਜ ਵਾਲਿਆਂ ਨੂੰ ਫੜਾ ਦਿੱਤਾ ਤੇ ਮਹਾਰਾਜ ਵਾਲਿਆਂ ਨੇ ਫਿਰ ਲੱਖੇ ਸਿਧਾਣੇ ਨੂੰ ਸਮਝਾਇਆ ਕਿ ਲੱਖੇ, ਕਿਸੇ ਨੇ ਕੋਈ ਕਮੇਟੀ ਆਗੂਆਂ ਨੂੰ ਰਿਪਲੇਸ ਕਰਨ ਵਾਸਤੇ ਅਨਾਉਂਸ ਨਹੀਂ ਕੀਤੀ, ਤੂੰ ਜਲਦੀ ਇਸ ਜਗ੍ਹਾ ਦੇ ਉੱਪਰ ਆ ਜਾ, ਅਸੀਂ ਆਗੂਆਂ ਦੇ ਨਾਲ ਮੁਲਾਕਾਤ ਕਰਨੀ ਹੈ ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਕਮੇਟੀ ਬਣੇ, ਇਹ ਤੇ ਲੋਕਾਂ ਨੇ ਬਣਾਈ ਹੈ ਆਗੂਆਂ ਦੇ ਨਾਲ ਗੱਲ ਕਰਨ ਵਾਸਤੇ, ਇਹ ਕੋਈ ਪਰਮਾਨੈਂਟ ਕਮੇਟੀ ਨਹੀਂ ਹੈ ਜਿਹੜੀ ਮੋਰਚੇ ਦੇ ਨੂੰ ਚਲਾਉਣ ਵਾਸਤੇ ਬਣਾਈ ਗਈ ਹੋਵੇ। ਸੋ ਮੈਂ ਦੀਪ ਸਿੱਧੂ ਨੂੰ ਵੀ ਫੋਨ ਕੀਤਾ ਕਿ ਵਾਈਟ ਹਾਊਸ ਵਾਲੇ ਪਾਸੇ ਸਾਨੂੰ ਬੁਲਾ ਰਹੇ ਨੇ। ਮੈਂ, ਦੀਪ ਸਿੱਧੂ ਔਰ ਵੀਰ ਸਿੰਘ ਅਸੀਂ ਗੱਡੀ ਦੇ ਵਿੱਚ ਵਾਈਟ ਹਾਊਸ ਹੋਟਲ ਪਹੁੰਚੇ। ਉਦੋਂ ਤੱਕ ਮੈਨੂੰ ਤੇ ਨਹੀਂ ਮਿਲਿਆ ਲੱਖਾ ਸਿਧਾਣਾ, ਪਰ ਦਵਿੰਦਰ ਸਿੰਘ ਸੇਖੋਂ ਹੋਣਾ ਨੇ ਦੱਸਿਆ ਕਿ ਲੱਖਾ ਸਿਧਾਣਾ ਬਾਬਾ ਹਰਦੀਪ ਸਿੰਘ ਮਹਾਰਾਜ ਵਾਲਿਆਂ ਕੋਲ ਆ ਗਿਆ ਤੇ ਇੱਕ ਟਰਾਲੀ ਦੇ ਵਿੱਚ ਰੁਕੇ ਹੋਏ ਸੀ। ਜਦੋਂ ਅਸੀਂ ਪਹੁੰਚੇ ਹਾਂ ਵਾਈਟ ਹਿੱਲ ਹੋਟਲ ਦੇ ਸਾਹਮਣੇ ਤੇ ਉੱਥੇ ਜਾ ਕੇ ਅਸੀਂ 15-20 ਮਿੰਟ ਰੁਕੇ ਰਹੇ। ਉਸ ਤੋਂ ਬਾਅਦ ਮਨਧੀਰ ਸਿੰਘ ਕੁਝ ਵੀਰਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਬਾਬਾ ਬਖਸ਼ੀਸ਼ ਸਿੰਘ ਵੀ ਸਨ, ਉਹਨਾਂ ਦੇ ਨਾਲ ਬਾਹਰ ਨਿਕਲੇ ਤੇ ਸਾਨੂੰ ਕਹਿੰਦੇ ਕਿ ਆਓ KFC ਵਾਲੇ ਪਾਸੇ ਚੱਲਣਾ ਹੈ, ਲੀਡਰਾਂ ਦੇ ਨਾਲ ਮੁਲਾਕਾਤ ਉੱਥੇ ਹੋਵੇਗੀ। ਅਸੀਂ ਸਾਰੇ KFC ਵਾਲੇ ਪਾਸੇ ਚਲੇ ਗਏ ਤੇ ਅਸੀਂ ਦੀਪ ਸਿੱਧੂ ਨੂੰ ਵੀ ਫੋਨ ਕਰ ਦਿੱਤਾ ਕਿ ਉਹ KFC ਵਾਲੇ ਪਾਸੇ ਆ ਜਾਣ, ਕਿਉਂਕਿ ਇੱਥੋਂ ਉਹ ਸਾਡੇ ਤੋਂ ਵੱਖਰੇ ਹੋ ਗਏ।
ਉਹ ਗੱਡੀ ਦੇ ਵਿੱਚ ਸੀ, ਅਸੀਂ ਪੈਦਲ ਤੁਰ ਕੇ ਸੀ। ਪਹਿਲਾਂ ਅਸੀਂ ਉਹਨਾਂ ਨੂੰ ਫੋਨ ਤੇ ਦੱਸ ਦਿੱਤਾ। ਸੋ ਦੀਪ ਸਿੱਧੂ ਜਿਹੜੇ ਸੀ ਉਹਨਾਂ ਨੂੰ ਅਸੀਂ ਫੋਨ ਤੇ ਦੱਸ ਦਿੱਤਾ ਕਿ ਉਹ KFC ਵਾਲੇ ਪਾਸੇ ਆ ਜਾਣ। ਅਸੀਂ KFC ਵਾਲੇ ਪਾਸੇ ਜਾ ਕੇ ਖੜੇ ਹੋ ਗਏ, ਉੱਥੇ ਕੁਝ ਮਿੰਟ ਖੜੇ ਰਹੇ ਤੇ ਉਸ ਤੋਂ ਬਾਅਦ ਮਨਧੀਰ ਸਿੰਘ ਉਹਨਾਂ ਨੇ ਕਿਹਾ ਕਿ ਬਲਦੇਵ ਸਿੰਘ ਸਿਰਸਾ ਆ ਗਏ ਨੇ, ਅਸੀਂ ਟਰਾਲੀ ਦੇ ਪਿੱਛੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਉਦੋਂ ਤੱਕ ਦੀਪ ਸਿੱਧੂ ਫਿਰ ਉਸ ਜਗ੍ਹਾ ਦੇ ਉੱਪਰ ਵੀ ਪਹੁੰਚ ਚੁੱਕਾ ਸੀ। ਸੋ ਬਲਦੇਵ ਸਿੰਘ ਸਿਰਸਾ ਦੀ ਜਿਹੜੀ ਗੱਲਬਾਤ ਹੈ ਮਨਧੀਰ ਸਿੰਘ ਉਹਨਾਂ ਦੇ ਨਾਲ ਤੇ ਬਾਬਾ ਹਰਦੀਪ ਸਿੰਘ ਮਹਾਰਾਜ ਉਹਨਾਂ ਦੇ ਨਾਲ ਹੋਈ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਬਲਦੇਵ ਸਿੰਘ ਸਿਰਸਾ ਕਹਿ ਰਹੇ ਨੇ ਕਿ ਅਜੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹ ਅਜੇ ਬੜੇ ਗਰਮੀ ਦੇ ਵਿੱਚ ਨੇ, ਤਲਖੀ ਦੇ ਵਿੱਚ ਨੇ, ਇਸ ਕਰਕੇ ਜਦੋਂ ਉਹ ਸ਼ਾਂਤ ਹੁੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਮੈਂ 1.5 ਘੰਟੇ ਬਾਅਦ ਤੁਹਾਨੂੰ ਆਉਣ ਦਾ ਸੱਦਾ ਦਊਂਗਾ। ਇਹ ਕਹਿ ਕੇ ਉਹ ਚਲੇ ਗਏ। ਮੈਂ, ਵੀਰ ਸਿੰਘ, ਦੀਪ ਸਿੱਧੂ, ਅਸੀਂ ਸਾਰੇ ਉੱਥੇ ਕਾਫੀ ਸਮਾਂ ਖਲੋਤੇ ਰਹੇ। ਹੁਣ ਖਲੋਣ ਦਾ ਮਤਲਬ ਇਹ ਸੀ ਕਿ 1.5 ਘੰਟਾ ਸਾਨੂੰ ਇਹਨਾਂ ਦੇ ਸੁਨੇਹੇ ਦਾ ਇੰਤਜ਼ਾਰ ਕਰਨਾ ਪੈਣਾ ਸੀ, ਪਰ ਅਸੀਂ ਕਿਸੇ ਨੇ ਵੀ ਰੋਟੀ ਨਹੀਂ ਸੀ ਖਾਧੀ। ਤਾਂ ਦੀਪ ਸਿੱਧੂ ਕਹਿੰਦਾ ਚਲੋ ਫਿਰ ਤੰਬੂ ਦੇ ਵਿੱਚ ਜਾ ਕੇ ਅਸੀਂ ਰੋਟੀ ਖਾਂਦੇ ਹਾਂ। ਮੈਂ, ਵੀਰ ਸਿੰਘ ਔਰ ਦੀਪ ਸਿੱਧੂ ਅਸੀਂ ਉਹਦੀ ਗੱਡੀ ਦੇ ਵਿੱਚ ਬਹਿ ਕੇ ਰੋਟੀ ਖਾਣ ਜਾ ਰਹੇ ਹਾਂ। ਲੱਖਾ ਸਿਧਾਣਾ ਸਾਨੂੰ ਨਹੀਂ ਮਿਲਿਆ। ਪਤਾ ਲੱਗਾ ਦਵਿੰਦਰ ਸਿੰਘ ਸੇਖੋਂ ਹੋਣਾ ਕੋ ਕਿ ਉਹ ਹਰਦੀਪ ਸਿੰਘ ਮਹਾਰਾਜ ਵਾਲਿਆਂ ਦੇ ਨਾਲ ਸੀ। ਜਦੋਂ ਅਸੀਂ ਬਿਲਕੁਲ ਆਪਣੀ ਰੋਟੀ ਖਾਣ ਵਾਲੀ ਜਗ੍ਹਾ ਦੇ ਉੱਪਰ ਪਹੁੰਚ ਕੇ ਤੇ ਦਵਿੰਦਰ ਸੇਖੋਂ ਦਾ ਫਿਰ ਫੋਨ ਆਇਆ ਕਿ ਤੁਸੀਂ ਛੇਤੀ ਵਾਈਟ ਹਾਊਸ ਪਹੁੰਚੋ ਕਿਉਂਕਿ ਉੱਥੇ ਆਗੂ ਤੁਹਾਨੂੰ ਬੁਲਾ ਰਹੇ ਨੇ। ਅਸੀਂ ਜਦੋਂ ਵਾਈਟ ਹਾਊਸ ਹੋਟਲ ਦੇ ਸਾਹਮਣੇ ਪਹੁੰਚੇ, ਅਜੇ 5 ਮਿੰਟ ਅਸੀਂ ਇਹਨਾਂ ਦੇ ਫੋਨ ਦਾ ਇੰਤਜ਼ਾਰ ਹੀ ਕਰ ਰਹੇ ਸੀ ਤੇ ਉਸੇ ਵੇਲੇ ਦਵਿੰਦਰ ਸੇਖੋਂ ਦਾ ਦੁਬਾਰਾ ਫੋਨ ਆ ਗਿਆ ਕਿ ਤੁਸੀਂ ਜਲਦੀ ਇਸ ਜਗ੍ਹਾ ਤੋਂ ਨਿਕਲ ਜਾਓ, ਹੋ ਸਕਦਾ ਹੈ ਕਿ ਕੁਝ ਸੰਯੁਕਤ ਮੋਰਚੇ ਦੇ ਆਗੂਆਂ ਦੇ ਭੜਕਾਏ ਹੋਏ ਨੌਜਵਾਨ ਜਾਂ ਵਲੰਟੀਅਰ ਜਿਹੜੇ ਨੇ ਉਹ ਤੁਹਾਡੇ ਗਲ ਪੈ ਜਾਣ। ਹੁਣ ਇਹ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਦੇ ਗਲ ਪੈਂਦਾ ਹੈ ਤਾਂ ਕੁਦਰਤੀ ਉਹਦਾ ਨਿਸ਼ਾਨਾ ਨੁਕਸਾਨ ਕਰਨਾ ਹੀ ਹੁੰਦਾ। ਹੁਣ ਉਹ ਜਿਹੜਾ ਗਲ ਪੈਣਾ, ਕਿਸੇ ਨਾਲ ਝਗੜਾ ਪੈਣਾ ਕਰ ਲੈਣਾ, ਕਿਸੇ ਨਾਲ ਚੜ੍ਹਾਈ ਕਰਨੀ ਜਾਂ ਕਿਸੇ ਦੇ ਉੱਪਰ ਹਮਲਾਵਰ ਹੋ ਕੇ ਆਉਣਾ, ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਸ ਸੱਟਾਂ ਹੀ ਲੱਗਣਗੀਆਂ। ਉਹ ਤਾਂ ਦੋਹਾਂ ਧਿਰਾਂ ਦੇ ਉੱਪਰ ਮੁਨਸਰ ਹੈ ਵੀ ਫਿਰ ਲੜਾਈ ਦੇ ਵਿੱਚ ਕੀ ਬਣਦਾ ਹੈ, ਸਾਡਾ ਨੁਕਸਾਨ ਹੁੰਦਾ ਜਾਂ ਉਹਨਾਂ ਦਾ ਹੁੰਦਾ, ਇਹ ਗੱਲ ਵੱਖਰੀ ਹੈ। ਪਰ ਗੱਲ ਪੈਣਾ ਉਹਨਾਂ ਦਾ ਨਿਸ਼ਾਨਾ ਸੀ, ਉਹਨਾਂ ਦੇ ਵੱਲੋਂ ਸੁਨੇਹਾ ਆਇਆ ਸੀ, ਸਾਡਾ ਕੋਈ ਨਹੀਂ ਸੀ। ਸੋ ਅਸੀਂ ਉੱਥੋਂ ਜਿਹੜੇ ਸੀ ਉਹ ਵਾਪਸ ਪਰਤ ਆਏ। ਉਹਦੇ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਦਵਿੰਦਰ ਸਿੰਘ ਸੇਖੋਂ ਉਹਨਾਂ ਨੇ ਦੱਸਿਆ ਕਿ ਮੈਨੂੰ ਬਲਦੇਵ ਸਿੰਘ ਸਿਰਸਾ ਨੇ ਫੋਨ ਕਰਕੇ ਕਿਹਾ ਸੀ ਕਿ ਉਹਨਾਂ ਦੇ ਜਿਹੜੇ ਨੌਜਵਾਨ, ਖਾਸ ਕਰਕੇ ਰਜਿੰਦਰ ਸਿੰਘ, ਦੀਪ ਸਿੰਘ ਵਾਲੇ ਨੇ ਕੁਝ ਨੌਜਵਾਨ ਤੇ ਵਲੰਟੀਅਰਾਂ ਨੂੰ ਬਹੁਤ ਭੜਕਾਇਆ ਹੋਇਆ ਹੈ ਤੇ ਉਹ ਤੁਹਾਡੇ ਜਾਂ ਲੱਖੇ ਸਿਧਾਣੇ ਦੇ ਜਾਂ ਦੀਪ ਸਿੱਧੂ ਦੇ ਗਲ ਪੈ ਸਕਦੇ ਨੇ। ਇਹਦੇ ਬਾਰੇ ਸਪਸ਼ਟ ਤਾਂ ਬਲਦੇਵ ਸਿੰਘ ਸਿਰਸਾ, ਦਵਿੰਦਰ ਸਿੰਘ ਸੇਖੋਂ, ਅਜੇਪਾਲ ਸਿੰਘ ਬਰਾੜ, ਮਨਧੀਰ ਸਿੰਘ, ਬਾਬਾ ਹਰਦੀਪ ਸਿੰਘ ਮਹਾਰਾਜ, ਬਾਬਾ ਬਖਸ਼ੀਸ਼ ਸਿੰਘ ਇਹ ਸਾਰੇ ਕਰ ਸਕਦੇ ਨੇ। ਪਰ ਜੋ ਕੁਝ ਉਦੋਂ ਹੋਇਆ ਇਹ ਸਾਰਾ ਘਟਨਾਕ੍ਰਮ ਇਹ ਸੀ ਜਿਹੜਾ ਬਾਅਦ ਦੇ ਵਿੱਚ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲਿਆਂ ਨੇ ਵੀ ਜਿਸ ਦਾ ਖੁਲਾਸਾ ਕੀਤਾ। ਮੈਂ ਆਪਣਾ ਖੁਲਾਸਾ ਉਹਨਾਂ ਤੋਂ ਬਾਅਦ ਕੀਤਾ ਕਿਉਂਕਿ ਉਹਨਾਂ ਨੂੰ ਇਹ ਖਬਰ ਸੰਯੁਕਤ ਮੋਰਚੇ ਦੇ ਇੱਕ ਬੜੇ ਅਹਿਮ ਆਗੂ ਦੇ ਨਾਲ ਰਹਿਣ ਵਾਲੇ ਵਿਅਕਤੀ ਤੋਂ ਮਿਲੀ ਸੀ, ਜਿਸ ਦਾ ਉਹਨਾਂ ਨੇ ਨਾਂ ਨਹੀਂ ਦੱਸਿਆ ਕਿਉਂਕਿ ਉਹ ਵਿਅਕਤੀ ਅਜੇ ਵੀ ਉਹਨਾਂ ਆਗੂਆਂ ਦੇ ਵਿੱਚ ਸ਼ਾਮਲ ਹੈ ਕਿ ਇਹ ਇਹਨਾਂ ਦੀ ਸਾਜ਼ਿਸ਼ ਸੀ। ਉਸ ਤੋਂ ਬਾਅਦ ਮੈਂ ਇਹ ਸਾਰਾ ਲਿਖਤੀ ਰੂਪ ਦੇ ਵਿੱਚ ਸਾਰਾ ਘਟਨਾਕ੍ਰਮ ਜਿਹੜਾ 25 ਦੀ ਰਾਤ ਨੂੰ ਵਾਪਰਿਆ ਉਹ ਦੱਸ ਦਿੱਤਾ। 26 ਨੂੰ ਜਿਹੜੀਆਂ ਘਟਨਾਵਾਂ ਹੋਈਆਂ ਉਹ ਤੁਹਾਡੇ ਸਾਰੇ ਸਾਹਮਣੇ ਨੇ। 27 ਤਰੀਕ ਨੂੰ ਇਹਨਾਂ ਸੰਯੁਕਤ ਮੋਰਚੇ ਦੇ ਆਗੂਆਂ ਨੇ ਆਪਣੀ ਸਟੇਜ ਦੇ ਉੱਪਰ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਕਿ ਜਿਸ ਤਰ੍ਹਾਂ ਦੇ ਨਾਲ ਅੰਦੋਲਨ ਜਿਹੜਾ ਇਹਨਾਂ ਨੌਜਵਾਨਾਂ ਨੇ ਖਤਮ ਕਰ ਦਿੱਤਾ ਔਰ ਸਾਰੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਦੀਪ ਸਿੱਧੂ, SFS, ਲੱਖਾ ਸਿਧਾਣਾ ਜਾਂ ਮੇਰੇ ਉੱਪਰ ਪਾ ਕੇ ਕੁਝ ਜਾਣਿਆਂ ਦੇ ਨਾਮ ਦੇ ਉੱਪਰ ਗਦਾਰੀ ਦੇ ਨਾਅਰੇ ਵੀ ਲਵਾ ਦਿੱਤੇ। ਉਹਦਾ ਇੱਕ ਕਾਰਨ ਸੀ। ਉਹਦਾ ਕਾਰਨ ਇਹ ਸੀ ਕਿ ਇਹ ਸਰਕਾਰ ਦੇ ਨਾਲ ਹੋ ਰਹੀ ਗੱਲਬਾਤ ਜਿਹੜੀ ਹੈ ਉਹਦੇ ਉੱਪਰ ਅਮੈਂਡਮੈਂਟਸ ਦੇ ਉੱਪਰ ਤੇ ਸਸਪੈਂਸ਼ਨ ਦੇ ਉੱਪਰ ਸਹਿਮਤ ਹੋਣਾ ਚਾਹੁੰਦੇ ਸੀ ਤੇ ਅਸੀਂ ਬਾਰ-ਬਾਰ ਲੋਕਾਂ ਨੂੰ ਜਾਗਰੂਕ ਕਰਦੇ ਸੀ। ਉਹ ਰੌਲਾ ਕੁਛ ਨਹੀਂ ਸੀ। ਵੇਖੋ ਉਸ ਰੌਲੇ ਨੂੰ ਮਹਿੰਦਰ ਸਿੰਘ ਟਕੈਤ ਦੇ ਬੇਟੇ ਰਕੇਸ਼ ਟਕੈਤ ਨੇ ਵੀ ਸਾਂਭਿਆ ਨਾ, ਉਹਨੇ ਬੜਾ ਵਧੀਆ ਤਰੀਕੇ ਨਾਲ ਸੰਭਾਲਿਆ। ਉਹਦੇ ਹੰਝੂਆਂ ਨੇ ਦੁਬਾਰਾ ਉਸਦੇ ਮੰਚ ਦਾ, ਉਸਦੀ ਸਟੇਜ ਦਾ, ਉਹਦੇ ਲੋਕਾਂ ਦਾ ਮਾਹੌਲ ਜਿਹੜਾ ਬਦਲ ਦਿੱਤਾ। ਪਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੀ ਇਹ ਖੁਦ ਚਾਹੁੰਦੇ ਸੀ ਕਿ ਲੋਕ ਡੈਸਪਰੇਟ ਹੋ ਜਾਣ, ਲੋਕ ਨਿਰਾਸ਼ਾ ਚ ਹੋ ਕੇ ਇੱਥੋਂ ਚਲੇ ਜਾਣ ਕਿ ਸੰਘਰਸ਼ ਖਤਮ ਹੋ ਗਿਆ, ਸੰਘਰਸ਼ ਖਤਮ ਕਰ ਦਿੱਤਾ ਗਿਆ, ਜਦੋਂ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ, ਕੋਈ ਵਾਪਸ ਨਹੀਂ ਸੀ ਮੁੜਿਆ। ਅੱਜ ਵੀ ਉੱਥੇ ਜ਼ਿਆਦਾ ਰੌਣਕਾਂ ਨੇ। ਸੋ ਜ਼ਿਆਦਾ ਜਿਹੜਾ
ਕਹਿ ਸਕਦੇ ਹੋ ਕਿ ਨਜਲਾ ਸੁੱਟਿਆ ਗਿਆ, ਉਹ ਸੁੱਟਿਆ ਗਿਆ ਸਰਵਣ ਸਿੰਘ ਪੰਧੇਰ ਉਹਨਾਂ ਦੇ ਉੱਪਰ, ਕਿਉਂਕਿ ਉਹ ਬੜੇ ਸਿੱਧੇ ਸੁਭਾਅ ਦੇ ਆਗੂ ਨੇ। ਸਰਕਾਰ ਦੇ ਨਾਲ ਜਿੰਨੀਆਂ ਵੀ ਬੈਠਕਾਂ ਹੁੰਦੀਆਂ ਸੀ, ਸਭ ਤੋਂ ਪਹਿਲਾਂ ਆ ਕੇ ਪ੍ਰੈਸ ਨੂੰ ਕਹਿੰਦੇ ਸੀ ਕਿ ਸਰਕਾਰ ਦਾ ਰਵੱਈਆ ਜਿਹੜਾ ਉਹ ਬਹੁਤ ਨਾਵਾਚਕ ਹੈ, ਨਕਾਰਾਤਮਕ ਹੈ। ਹੁਣ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਇਹ ਜਿੰਨੇ ਵੀ ਵੀਰਾਂ ਭਰਾਵਾਂ ਦੇ ਉੱਪਰ ਇਹ ਦੋਸ਼ ਲਾ ਕੇ ਉਹਨਾਂ ਨੂੰ ਬਾਹਰ ਕੀਤਾ ਗਿਆ, ਅਸੀਂ ਬਿਲਕੁਲ ਕਿਸਾਨੀ ਸੰਘਰਸ਼ ਦੇ ਵਿੱਚੋਂ ਇਸ ਵੇਲੇ ਬਾਹਰ ਆ। ਇਹ ਠੀਕ ਹੈ ਕਿ ਮੈਂ ਇੱਕ ਇੱਥੇ ਅਖਬਾਰ ਜਿਹੜੀ ਚਲਾ ਰਿਹਾ, ਉਹਦੇ ਕਰਕੇ ਮੈਨੂੰ ਕਿਸਾਨ ਸੰਘਰਸ਼ ਕਮੇਟੀ ਦੇ ਮੰਚ ਉੱਪਰ ਵੀ ਜਾਣਾ ਪੈਂਦਾ, ਮੈਨੂੰ ਕੁਝ ਹੋਰ ਆਗੂ ਨੂੰ ਵੀ ਮਿਲਣਾ ਚਾਹੁੰਦਾ ਹੈ, ਪਰ ਜਿਹੜੀ ਸਾਡੇ ਵਾਲੀ ਧਿਰ ਹੈ ਉਹ ਹੁਣ ਇਸ ਮੋਰਚੇ ਦੇ ਵਿੱਚ ਸਰਗਰਮ ਬਿਲਕੁਲ ਨਹੀਂ ਹੈ, ਪਰ ਸਰਗਰਮੀਆਂ ਦੇ ਉੱਪਰ ਨਜ਼ਰ ਬਿਲਕੁਲ ਰੱਖੀ ਹੋਈ ਹੈ। ਜੋ ਕੁਝ ਇੱਥੇ ਵਾਪਰ ਰਿਹਾ ਅਸੀਂ ਰੋਜ਼ ਤੁਹਾਡੇ ਨਾਲ ਸਾਂਝਾ ਜ਼ਰੂਰ ਕਰ ਰਹੇ ਹਾਂ, ਪਰ ਹੁਣ ਇਹ ਤੁਹਾਡਾ ਸਾਰਿਆਂ ਦਾ, ਜਿਹੜੇ ਵੀਰ ਵੀ ਮੈਨੂੰ ਸੁਣ ਰਹੇ ਹੋ, ਇਹਨਾਂ ਸਾਰਿਆਂ ਦਾ ਫਰਜ਼ ਬਣਦਾ ਤੁਹਾਡਾ ਕਿ ਤੁਸੀਂ ਵੱਧ ਤੋਂ ਵੱਧ ਦਿੱਲੀ ਇਸ ਮੋਰਚੇ ਦੇ ਵਿੱਚ ਸ਼ਿਰਕਤ ਕਰੋ। ਦੂਸਰੀ ਗੱਲ, ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੰਚ ਹੈ ਉਹਦੇ ਉੱਪਰ ਹੀ ਸ਼ਿਰਕਤ ਕਰੋ, ਕਿਉਂਕਿ ਜਿਹੜੀ ਭੂਮਿਕਾ ਅਸੀਂ ਨਿਭਾਈ ਸੀ ਉਸ ਭੂਮਿਕਾ ਨੂੰ ਹੁਣ ਤੁਸੀਂ ਨਿਭਾਉਣਾ ਹੈ ਕਿ ਇਹ ਆਗੂ ਕਿਤੇ ਸਰਕਾਰ ਦੇ ਨਾਲ ਅਮੈਂਡਮੈਂਟਸ ਦੇ ਉੱਪਰ ਜਾਂ ਫਿਰ ਸਸਪੈਂਸ਼ਨ ਦੇ ਉੱਪਰ ਸਮਝੌਤਾ ਨਾ ਕਰ ਲੈਣ। ਸੋ ਬੇਸ਼ੱਕ ਸਾਨੂੰ ਇਸ ਸਾਰੇ ਘਟਨਾਕ੍ਰਮ ਚੋਂ ਬਾਹਰ ਕੀਤਾ ਗਿਆ ਕਿ ਅਸੀਂ ਇਹਨਾਂ ਦੇ ਨਾਲ ਜਿਹੜੀਆਂ ਸਰਕਾਰ ਦੀਆਂ ਚਾਲਾਂ ਸੀ ਉਹਨਾਂ ਨੂੰ ਨਸ਼ਰ ਕਰ ਦਿੰਦੇ ਸੀ, ਪਰ ਹੁਣ ਪੰਜਾਬ ਵਾਸੀਓ, ਇਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ, ਵੱਧ ਤੋਂ ਵੱਧ ਇਹਨਾਂ ਲੀਡਰਾਂ ਦਾ ਸਾਥ ਦਿਓ। ਬੇਸ਼ੱਕ ਇਹ ਸੰਯੁਕਤ ਕਿਸਾਨ ਮੋਰਚੇ ਦੇ ਸਟੇਜ ਦੇ ਉੱਪਰ ਅਸੀਂ ਨਹੀਂ ਜਾਂਦੇ, ਪਰ ਮੈਂ ਖੁਦ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ, ਤਾਂ ਕਿ ਕੋਈ ਵੀ ਆਗੂ, ਬੇਸ਼ੱਕ ਕੁਝ ਆਗੂ ਇਮਾਨਦਾਰ ਵੀ ਹੋਣਗੇ, ਪਰ ਕੋਈ ਵੀ ਆਗੂ ਪੰਜਾਬ ਦੇ ਹਿੱਤਾਂ ਦੇ ਨਾਲ ਬੇਈਮਾਨੀ ਨਾ ਕਰ ਸਕੇ, ਔਰ ਜਿਹੜਾ ਇੱਥੇ 250 ਦੇ ਕਰੀਬ ਮੌਤਾਂ ਹੋਈਆਂ ਨੇ ਉਹਨਾਂ ਸ਼ਹੀਦੀਆਂ ਦਾ ਮੁੱਲ ਨਾ ਵੱਟ ਸਕੇ। ਬਾਕੀ ਰਹੀ ਗੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਉਹ ਜਿੰਨੇ ਵੀ ਵੀਰ ਨੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਮੰਚ ਦੇ ਉੱਪਰ ਡਟੇ ਹੋਏ ਨੇ। ਇੱਕ ਵਾਰੀ ਫਿਰ ਬੇਨਤੀ ਕਿ ਸਾਰੇ ਵੀਰਾਂ ਨੂੰ ਦਿੱਲੀ ਇਸ ਮੋਰਚੇ ਦੇ ਵਿੱਚ ਪਹੁੰਚੋ। ਦੂਜੀ ਗੱਲ, ਕੁਝ ਆਗੂ ਹੋ ਸਕਦਾ ਹੈ ਸਰਕਾਰ ਦੇ ਨਾਲ ਸਮਝੌਤਾਵਾਦੀ ਨੀਤੀ ਰੱਖਦੇ ਹੋਣ, ਪਰ ਕੁਝ ਆਗੂ ਉਹਨਾਂ ਦੇ ਵਿੱਚ ਕਾਇਮ ਵੀ ਨੇ, ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਬਾਰ-ਬਾਰ ਇਹਨਾਂ ਨੂੰ ਇਸ ਗੱਲ ਦੇ ਉੱਪਰ ਲੈ ਕੇ ਆਓ ਕਿ ਤੁਸੀਂ ਲੋਕਾਂ ਨੂੰ ਇਹ ਗੱਲ ਕਹਿ ਕੇ ਸੱਦਿਆ ਸੀ ਕਿ ਬਿੱਲ ਰੱਦ ਕਰਾ ਕੇ, ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ, ਤੇ ਹੁਣ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਨਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।